प्यारे विद्यार्थियों, आप सब का स्वागत है। 8वीं जमात समाजक विज्ञान ਦੇ ਇਸ ਸੈਸ਼ਨ ਵਿੱਚ ਆਪਾਂ ਇਤਿਹਾਸ ਸਾਡਾ ਅਤੀਤ ਵਿੱਚੋਂ ਪਾਠ ਨੰਬਰ 12 ਦਾ ਅਧਿਐਨ ਕਰ ਰਹੇ ਹਾਂ। ਇਸ ਤੋਂ ਪਹਿਲਾਂ ਆਪਾਂ ਨੇ ਪੇਂਡੂ ਜੀਵਨ ਅਤੇ ਸਮਾਜ ਦੇ 3 ਭਾਗਾਂ ਨੂੰ ਵਿਚਾਰਿਆ। ਇਸ ਸਾਰੇ ਪਾਠ ਨੂੰ ਆਪਾਂ 4 ਭਾਗਾਂ ਵਿੱਚ ਵੰਡਿਆ ਸੀ। ਪਹਿਲੇ 3 ਭਾਗਾਂ ਵਿੱਚ ਆਪਾਂ ਨੇ ਅੰਗਰੇਜ਼ਾਂ ਦੀਆਂ ਖੇਤੀਬਾੜੀ ਸੰਬੰਧੀ ਨੀਤੀਆਂ, ਅੰਗਰੇਜ਼ਾਂ ਦੀਆਂ ਖੇਤੀਬਾੜੀ ਸੰਬੰਧੀ ਨੀਤੀਆਂ ਦਾ ਪ੍ਰਭਾਵ, ਕ੍ਰਿਸ਼ੀ ਵਣਜੀਕਰਨ ਦੇ ਪ੍ਰਭਾਵ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਦੇ ਨਾਲ ਨਾਲ ਆਪਾਂ ਨੇ ਛੋਟੇ ਪ੍ਰਸ਼ਨਾਂ ਦਾ ਸਹਾਰਾ ਲੈ ਕੇ ਇਸ ਪਾਠ ਨੂੰ ਦੁਹਰਾਉਣ ਦੀ ਕੋਸ਼ਿਸ਼ ਕੀਤੀ ਸੀ। ਅੱਜ ਆਪਾਂ ਵਿਦਿਆਰਥੀਓ ਇਸ ਪਾਠ ਦੇ ਚੌਥੇ ਭਾਗ ਨੂੰ, ਜੋ ਕਿ ਸਾਡਾ ਇਸ ਪਾਠ ਦਾ ਅੰਤਿਮ ਪੜਾਅ ਹੈ, ਉਸ ਬਾਰੇ ਗੱਲ ਕਰਾਂਗੇ। ਆਪਾਂ ਜਾਣਦੇ ਹਾਂ ਕਿ ਅੰਗਰੇਜ਼ ਸਾਡੇ ਭਾਰਤ ਵਿੱਚ ਕੇਵਲ ਆਪਣਾ ਆਰਥਿਕ ਮੁਨਾਫਾ ਲੈਣ ਲਈ ਹੀ ਆਏ ਸਨ। ਉਹਨਾਂ ਨੇ ਇੱਥੋਂ ਦੇ ਲੋਕਾਂ ਤੋਂ ਵੱਧ ਧਨ ਇਕੱਠਾ ਕਰਨਾ ਹੀ ਉਹਨਾਂ ਦਾ ਇੱਕੋ ਇੱਕ ਮਨੋਰਥ ਸੀ। ਇਸੇ ਸੰਦਰਭ ਵਿੱਚ ਉਹਨਾਂ ਨੇ ਆਪਣੀਆਂ ਨੀਤੀਆਂ ਨੂੰ ਲਾਗੂ ਕੀਤਾ ਅਤੇ ਆਪਾਂ ਨੇ ਇਸ ਪਾਠ ਵਿੱਚ ਹੁਣ ਤੱਕ ਜਾਣਿਆ ਕਿ ਭਾਰਤੀ ਖੇਤੀ ਨੂੰ ਅੰਗਰੇਜ਼ਾਂ ਨੇ ਆਪਣੀਆਂ ਨੀਤੀਆਂ ਰਾਹੀਂ ਕਿਵੇਂ ਪ੍ਰਭਾਵਿਤ ਕੀਤਾ। ਜਿਵੇਂ ਆਪਾਂ ਜਾਣਿਆ ਕਿ ਅੰਗਰੇਜ਼ਾਂ ਦਾ ਮੁੱਖ ਕੰਮ ਭੂਮੀ ਲਗਾਨ ਇਕੱਠਾ ਕਰਨਾ ਸੀ ਅਤੇ ਇਹ ਲਗਾਨ ਵੱਧ ਤੋਂ ਵੱਧ ਇਕੱਠਾ ਕਰਨਾ ਚਾਹੁੰਦੇ ਸੀ ਅਤੇ ਇਸ ਦੇ ਲਈ ਉਹਨਾਂ ਨੇ ਵੱਖ ਤਰ੍ਹਾਂ ਦੀਆਂ ਨੀਤੀਆਂ ਵੀ ਅਪਣਾਈਆਂ। ਹੁਣ ਆਪਾਂ ਨੇ ਇੱਥੇ ਇਹ ਜਾਣਨਾ ਹੈ ਕਿ ਇਹਨਾਂ ਨੀਤੀਆਂ ਦਾ ਕਿਸਾਨਾਂ ਵੱਲੋਂ ਕੀ ਹੁੰਗਾਰਾ ਮਿਲਿਆ, ਕਿ ਉਹਨਾਂ ਨੇ ਇਸ ਨੂੰ ਹੱਕ ਵਿੱਚ ਲਿਆ ਜਾਂ ਵਿਰੋਧ ਵਿੱਚ ਲਿਆ। ਸੋ ਆਓ ਆਪਾਂ ਗੱਲ ਕਰਦੇ ਹਾਂ ਕਿ ਕਿਸਾਨਾਂ ਨੇ ਇਹਨਾਂ ਨੀਤੀਆਂ ਦਾ ਵਿਦਰੋਹ ਕੀਤਾ ਅਤੇ ਉਹ ਵਿਦਰੋਹ ਕਿਉਂ ਕੀਤਾ, ਉਸ ਸੰਬੰਧੀ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਬੱਚਿਓ, ਆਪਾਂ ਜਾਣਦੇ ਹਾਂ ਕਿ ਅੰਗਰੇਜ਼ਾਂ ਦੀਆਂ ਭਾਰਤੀ ਲੋਕਾਂ ਲਈ ਨੀਤੀਆਂ ਠੀਕ ਨਹੀਂ ਸਨ। ਭਾਰਤੀ ਲੋਕ, ਖਾਸ ਕਰਕੇ ਕਿਸਾਨ, ਬਹੁਤ ਤੰਗ ਆ ਚੁੱਕੇ ਸਨ। ਕਿਸਾਨਾਂ ਤੋਂ ਅੰਗਰੇਜ਼ਾਂ ਅਤੇ ਜ਼ਿਮੀਂਦਾਰਾਂ ਦੇ ਜ਼ੁਲਮ ਸਹਿਣ ਨਹੀਂ ਹੁੰਦੇ ਸਨ। ਇਸ ਲਈ ਉਹਨਾਂ ਨੇ ਵਿਦਰੋਹ ਕੀਤਾ, ਜਿਸ ਦਾ ਵਰਣਨ ਇਸ ਤਰ੍ਹਾਂ ਹੈ। ਪਿਆਰੇ ਵਿਦਿਆਰਥੀਓ, ਪਰਿਵਰਤਨ ਕੁਦਰਤ ਦਾ ਨਿਯਮ ਹੈ। ਰਾਤ ਤੋਂ ਦਿਨ, ਧੁੱਪ ਤੋਂ ਛਾਂ ਅਤੇ ਜ਼ੁਲਮ ਤੋਂ ਬਾਅਦ ਵਿਦਰੋਹ ਹੁੰਦਾ ਹੈ। ਭਾਰਤੀ ਲੋਕਾਂ ਅੰਗਰੇਜ਼ਾਂ, ਜ਼ਮੀਂਦਾਰਾਂ ਅਤੇ ਸ਼ਾਹੂਕਾਰਾਂ ਦਾ ਦਾਬਾ ਸਹਿ ਕੇ ਅੱਕ ਗਏ ਸਨ। ਉਹ ਇਹਨਾਂ ਜ਼ੁਲਮਾਂ ਤੋਂ ਛੁਟਕਾਰਾ ਚਾਹੁੰਦੇ ਸਨ। ਜਦੋਂ ਮਨੁੱਖ ਚੇਤਨ ਹੋ ਜਾਵੇ ਤਾਂ ਉਹ ਜ਼ੁਲਮਾਂ ਤੋਂ ਛੁਟਕਾਰਾ ਪਾ ਲੈਂਦਾ ਹੈ। ਇਹ ਚੇਤਨਾ ਕ੍ਰਿਸ਼ੀ ਵਣਜੀਕਰਨ ਨਾਲ ਮਿਲ ਚੁੱਕੀ ਸੀ। ਇਸ ਲਈ ਕਿਸਾਨਾਂ ਦੁਆਰਾ ਅੰਗਰੇਜ਼ਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਵਿਦਰੋਹ ਸ਼ੁਰੂ ਹੋ ਗਿਆ। ਸੋ ਬੱਚਿਓ, ਆਪਾਂ ਜਾਣਦੇ ਹਾਂ ਕਿ ਜਿਵੇਂ ਕੁਦਰਤ ਹੈ, ਉਹਦਾ ਇਹ ਨਿਯਮ ਹੈ ਪਰਿਵਰਤਨ, ਬਦਲਣਾ। ਪੁਰਾਤਨ ਸਮੇਂ ਹੋਰ ਤਰ੍ਹਾਂ ਦੇ ਸੀ, ਅੱਜ ਸਮਾਂ ਹੋਰ ਤਰ੍ਹਾਂ ਦਾ ਅਤੇ ਆਉਣ ਵਾਲਾ ਕੱਲ੍ਹ ਹੋਰ ਤਰ੍ਹਾਂ ਦਾ ਹੋਵੇਗਾ। ਬੜੀਆਂ ਤਬਦੀਲੀਆਂ ਆ ਚੁੱਕੀਆਂ ਹਨ। ਜਿਵੇਂ ਆਪਾਂ ਨੂੰ ਇਸ ਪਾਠ ਵਿੱਚ ਸਮਝਾਇਆ ਗਿਆ ਹੈ ਕਿ ਦਿਨ ਤੋਂ ਬਾਅਦ ਰਾਤ, ਰਾਤ ਤੋਂ ਬਾਅਦ ਦਿਨ, ਧੁੱਪ ਤੋਂ ਬਾਅਦ ਛਾਂ, ਜ਼ੁਲਮ ਤੋਂ ਬਾਅਦ ਵਿਦਰੋਹ ਹੁੰਦਾ ਹੈ। ਇਸੇ ਤਰ੍ਹਾਂ ਆਪਾਂ ਨੇ ਪਿਛਲੇ 3 ਭਾਗਾਂ ਵਿੱਚ ਜਾਣਿਆ ਸੀ ਕਿ ਭਾਰਤੀ ਲੋਕਾਂ ਅੰਗਰੇਜ਼ਾਂ, ਜ਼ਮੀਂਦਾਰਾਂ ਅਤੇ ਸ਼ਾਹੂਕਾਰਾਂ ਦਾ ਜ਼ੁਲਮ ਸਹਿ ਕੇ ਅੱਕ ਗਏ ਸੀ ਅਤੇ ਉਹ ਇਹਨਾਂ ਤੋਂ ਹੁਣ ਛੁਟਕਾਰਾ ਚਾਹੁੰਦੇ ਸੀ। ਅਤੇ ਜਦੋਂ ਮਨੁੱਖ ਨੂੰ ਇਹ ਸਮਝ ਆ ਜਾਵੇ ਕਿ ਉਸ 'ਤੇ ਜ਼ੁਲਮ ਹੋ ਰਹੇ ਹਨ, ਤਾਂ ਫਿਰ ਉਹ ਜ਼ੁਲਮਾਂ ਤੋਂ ਛੁਟਕਾਰਾ ਪਾਉਣ ਦਾ ਰਾਹ ਵੀ ਚੁਣਦਾ ਹੈ। ਅਤੇ ਇਹ ਜ਼ੁਲਮਾਂ ਦਾ ਉਹਨਾਂ ਨੂੰ ਅਹਿਸਾਸ ਹੋਇਆ ਕ੍ਰਿਸ਼ੀ ਵਣਜੀਕਰਨ ਨਾਲ, ਅਤੇ ਇਸ ਲਈ ਕਿਸਾਨਾਂ ਨੇ ਅੰਗਰੇਜ਼ਾਂ ਦੀਆਂ ਨੀਤੀਆਂ ਦਾ
ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਸੋ ਕਿਸਾਨਾਂ ਦੁਆਰਾ ਵਿਦਰੋਹ। ਅੰਗਰੇਜ਼ਾਂ ਨੇ ਭਾਰਤ ਦੇ ਜਿੱਤੇ ਹੋਏ ਪ੍ਰਦੇਸ਼ਾਂ ਵਿੱਚ ਵੱਖ-ਵੱਖ ਲਗਾਨ ਪ੍ਰਣਾਲੀਆਂ ਲਾਗੂ ਕੀਤੀਆਂ। ਜਿੱਥੇ ਅੰਗਰੇਜ਼ ਆਪਣਾ ਅਧਿਕਾਰ ਕਰ ਲੈਂਦੇ ਸਨ, ਉੱਥੇ ਉਹ ਨੀਤੀਆਂ ਵੀ ਫਿਰ ਆਪਣੀਆਂ ਹੀ ਲਾਗੂ ਕਰਦੇ ਸਨ। ਅਤੇ ਜਿਵੇਂ ਦਾ ਉਹਨਾਂ ਦਾ ਮਨਸ਼ਾ ਹੁੰਦੀ ਸੀ ਕਿ ਉਹਨਾਂ ਨੇ ਵੱਧ ਤੋਂ ਵੱਧ ਆਰਥਿਕ ਲਾਭ ਲੈਣਾ ਹੈ, ਉਹ ਨੀਤੀਆਂ ਵੀ ਉਵੇਂ ਦੀਆਂ ਹੀ ਅਖਤਿਆਰ ਕਰਦੇ ਸਨ, ਜਿਨ੍ਹਾਂ ਅਨੁਸਾਰ ਕਿਸਾਨਾਂ ਨੂੰ ਬਹੁਤ ਜ਼ਿਆਦਾ ਲਗਾਨ ਜਾਂ ਕਰ ਜਾਂ ਟੈਕਸ ਦੇਣਾ ਪੈਂਦਾ ਸੀ। ਅਤੇ ਆਪਾਂ ਨੂੰ ਇੱਥੇ ਤਸਵੀਰਾਂ ਵਿੱਚ ਵੀ ਦਿਖਾਇਆ ਗਿਆ ਹੈ ਕਿ ਖੇਤੀ ਪਛੜੇ ਢੰਗ ਦੀ ਸੀ, ਪਰ ਕਿਸਾਨਾਂ 'ਤੇ ਲਗਾਨ ਦਾ ਬੋਝ ਬਹੁਤ ਜ਼ਿਆਦਾ ਸੀ। ਕਿਸਾਨਾਂ ਨੇ ਅੰਗਰੇਜ਼ਾਂ ਦੁਆਰਾ ਸਿਫਾਰਿਸ਼ ਕੀਤੀਆਂ ਫਸਲਾਂ ਵੀ ਬਦਲ ਕੇ ਬੀਜੀਆਂ, ਪਰ ਫਿਰ ਵੀ ਹਾਲਾਤ ਨਹੀਂ ਸੁਧਰੇ। ਇਸ ਲਈ ਵਿਦਰੋਹ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਸੀ। ਅੰਗਰੇਜ਼ ਜ਼ਰੂਰ ਸਬਜ਼ ਬਾਗ ਦਿਖਾਉਂਦੇ ਸੀ ਕਿ ਜੇ ਅਸੀਂ ਇਹ ਫਸਲਾਂ ਬੀਜੀਏ ਤਾਂ ਇਸ ਦੇ ਨਾਲ ਸਾਨੂੰ ਵੱਧ ਲਾਭ ਹੋਵੇਗਾ, ਪਰ ਜਦੋਂ ਕਿਸਾਨ ਮੰਡੀਆਂ ਵਿੱਚ ਜਾਂਦਾ, ਕਿਸਾਨਾਂ ਨੂੰ ਉਹਨਾਂ ਦੀ ਫਸਲਾਂ ਦਾ ਪੂਰਾ ਮੁੱਲ ਨਾ ਮਿਲਦਾ ਅਤੇ ਹਾਲਤ ਕਿਸਾਨਾਂ ਦੀ ਫਿਰ ਵੀ ਮਾੜੀ ਰਹਿੰਦੀ। ਜੀ ਤੋੜ ਕੇ ਜੀ ਜਾਨ ਨਾਲ ਮਿਹਨਤ ਕਰਨ ਤੋਂ ਬਾਅਦ ਵੀ ਹੱਥ ਪੱਲੇ ਕੁਝ ਨਹੀਂ ਪੈ ਰਿਹਾ ਸੀ, ਅਤੇ ਇਸ ਦਾ ਨਤੀਜਾ ਕੀ ਹੋਇਆ ਕਿ ਉਹਨਾਂ ਨੂੰ ਵਿਦਰੋਹ ਦਾ ਰਾਹ ਚੁਣਨਾ ਪਿਆ। ਇਸ ਕਰਕੇ ਉਹ ਸ਼ਾਹੂਕਾਰਾਂ ਦੇ ਕਰਜ਼ਈ ਵੀ ਹੋ ਗਏ ਸਨ ਲਗਾਨ ਅਦਾ ਕਰਦੇ ਕਰਦੇ, ਕਿਉਂਕਿ ਲਗਾਨ ਦਾ ਬੋਝ ਬਹੁਤ ਸੀ। ਲਗਾਨ ਅਦਾ ਕਰਨਾ ਹੀ ਪੈਂਦਾ ਸੀ, ਚਾਹੇ ਉਹ ਜ਼ਮੀਂਦਾਰ ਦੇ ਰਾਹੀਂ ਦਿੱਤਾ ਜਾਂਦਾ ਹੋਵੇ ਅਤੇ ਚਾਹੇ ਸਰਕਾਰ ਸਿੱਧਾ ਕਿਸਾਨਾਂ ਤੋਂ ਲਗਾਨ ਲੈਂਦੀ ਹੋਵੇ। ਬੰਗਾਲ ਦੇ ਸਥਾਈ ਬੰਦੋਬਸਤ ਅਨੁਸਾਰ ਅੰਗਰੇਜ਼ਾਂ ਨੇ ਵਿਕਰੀ ਕਾਨੂੰਨ ਲਾਗੂ ਕੀਤਾ, ਭਾਵ ਕਿ ਅਸੀਂ ਫਸਲ ਕਿਵੇਂ ਵੇਚਣੀ ਹੈ, ਇਹ ਕਾਨੂੰਨ ਲਾਗੂ ਕੀਤਾ। ਇਸ ਕਾਨੂੰਨ ਅਨੁਸਾਰ ਜਿਹੜਾ ਜ਼ਮੀਂਦਾਰ ਹਰੇਕ ਸਾਲ 31 ਮਾਰਚ ਨੂੰ ਭੂਮੀ ਕਰ ਦੀ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਨਹੀਂ ਕਰਾਉਂਦਾ ਸੀ, ਉਸ ਦੀ ਭੂਮੀ ਕਿਸੇ ਹੋਰ ਜ਼ਮੀਂਦਾਰ ਨੂੰ ਵੇਚ ਦਿੱਤੀ ਜਾਂਦੀ ਸੀ। ਇਸ ਤੋਂ ਇਲਾਵਾ ਅੰਗਰੇਜ਼ਾਂ ਨੇ ਬਹੁਤ ਸਾਰੀਆਂ ਜ਼ਮੀਨਾਂ ਨੂੰ ਜ਼ਬਤ ਕਰ ਲਿਆ। ਉਹਨਾਂ ਨੇ ਕਰ ਮੁਕਤ ਜ਼ਮੀਨਾਂ 'ਤੇ ਜਿਹੜੀਆਂ ਬਾਦਸ਼ਾਹ ਵੱਲੋਂ ਰਾਜ ਦੇ ਜ਼ਗੀਰਦਾਰਾਂ ਨੂੰ ਇਨਾਮ ਵਜੋਂ ਦਿੱਤੀਆਂ ਗਈਆਂ ਸਨ, ਉਹਨਾਂ 'ਤੇ ਵੀ ਮੁੜ ਕਰਜ਼ ਲਗਾ ਦਿੱਤਾ। ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਕਿਸਾਨ ਸ਼ਾਹੂਕਾਰਾਂ ਦੇ ਕਰਜ਼ਈ ਹੋ ਗਏ। ਉਹਨਾਂ ਨੂੰ ਆਪਣੀਆਂ ਜ਼ਮੀਨਾਂ ਗਹਿਣੇ ਰੱਖ ਕੇ ਕਰ ਅਦਾ ਕਰਨਾ ਪੈਂਦਾ ਸੀ, ਭਾਵੇਂ ਕਿ ਅੰਗਰੇਜ਼ਾਂ ਨੇ ਨੀਤੀਆਂ ਬਣਾਈਆਂ, ਇਜ਼ਾਰੇਦਾਰੀ, ਸਥਾਈ ਬੰਦੋਬਸਤ, ਰਈਅਤਵਾੜੀ, ਮਹਿਲਵਾੜੀ, ਪਰ ਇਹ ਸਭ ਨੀਤੀਆਂ ਕਿਸਾਨਾਂ ਦੇ ਸ਼ੋਸ਼ਣ ਲਈ ਸਨ। ਕਿਸਾਨ ਹੋਰ ਗਰੀਬ ਹੁੰਦਾ ਜਾ ਰਿਹਾ ਸੀ, ਇੱਥੋਂ ਤੱਕ ਕਿ ਆਪਣਾ ਪਰਿਵਾਰ ਪਾਲਣਾ ਵੀ ਹੁਣ ਮੁਸ਼ਕਲ ਹੋ ਰਿਹਾ ਸੀ। ਭਾਵੇਂ ਕਿ ਖੇਤੀਬਾੜੀ ਦਾ ਵਪਾਰੀਕਰਨ ਹੋ ਚੁੱਕਾ ਸੀ, ਮੰਡੀਆਂ ਦੀ ਸਹੂਲਤ ਸੀ, ਸ਼ਹਿਰ ਵਸ ਰਹੇ ਸਨ, ਪਰ ਕਿਸਾਨਾਂ ਦੀ ਹਾਲਤ ਦਿਨ ਪਰ ਦਿਨ ਨਿੱਘਰਦੀ ਜਾ ਰਹੀ ਸੀ, ਜਿਸ ਕਰਕੇ ਉਹਨਾਂ ਨੂੰ ਇਸ ਖੇਤੀ ਵਿੱਚੋਂ ਕੋਈ ਲਾਭ ਨਜ਼ਰ ਨਹੀਂ ਆ ਰਿਹਾ ਸੀ। ਕਿਸਾਨਾਂ ਦੀ ਹਾਲਤ ਹੁਣ ਹੋਰ ਦਿਨ ਬਰ ਦਿਨ ਨਿੱਘਰ ਰਹੀ ਸੀ। ਉਹ ਗਰੀਬੀ ਵੱਲ ਧੱਕੇ ਜਾ ਰਹੇ ਸਨ ਅਤੇ ਜ਼ਮੀਂਦਾਰ ਅਤੇ ਸਰਕਾਰ ਉਹਨਾਂ ਦੀ ਲੁੱਟ ਕਰ ਰਹੀ ਸੀ। ਲਗਾਨ ਹਰ ਹਾਲਤ ਵਿੱਚ ਜਮ੍ਹਾਂ ਕਰਾਉਣਾ ਹੀ ਪੈਂਦਾ ਸੀ ਅਤੇ ਮੰਡੀਆਂ ਵਿੱਚ ਲੱਗੀ ਕੀਮਤ ਤੋਂ ਘੱਟ ਕੀਮਤ 'ਤੇ ਫਸਲ ਖਰੀਦੀ ਜਾ ਰਹੀ ਸੀ। ਸੋ ਇਸ ਤਰ੍ਹਾਂ ਬੱਚਿਓ, ਲਗਾਨ ਦੀ ਦਰ ਵੀ ਵੱਧ ਰਹੀ ਸੀ। ਲਗਾਨ ਦੀ ਦਰ ਵੀ ਪਹਿਲਾਂ ਨਾਲੋਂ ਵਧਾ ਦਿੱਤੀ ਗਈ। ਸਰਕਾਰ ਲਗਾਨ ਇਕੱਠਾ ਕਰਨ ਸਮੇਂ ਬਹੁਤ ਸਖਤੀ ਕਰਦੀ ਸੀ, ਭਾਵ ਜ਼ਬਰਦਸਤੀ ਕਰ ਉਗਰਾਇਆ ਜਾਂਦਾ ਸੀ, ਲਗਾਨ ਉਗਰਾਇਆ ਜਾਂਦਾ ਸੀ। ਇਹਨਾਂ ਕਾਰਨਾਂ ਕਰਕੇ ਕਿਸਾਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਅਤੇ ਸਿੱਟੇ ਵਜੋਂ ਉਹਨਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਸ਼ੁਰੂ ਕਰ ਦਿੱਤਾ, ਭਾਵ ਕਿ ਅੰਗਰੇਜ਼ਾਂ ਦੀਆਂ ਨੀਤੀਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
1849 ਈਸਵੀ ਵਿੱਚ ਪੰਜਾਬ ਦੇ ਵੱਖ-ਵੱਖ ਭਾਗਾਂ ਜਿਵੇਂ ਪਟਿਆਲਾ ਅਤੇ ਰਾਵਲਪਿੰਡੀ ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ ਆਦਿ ਵਿੱਚ ਕਿਸਾਨ ਵਿਦਰੋਹ ਹੋਏ। ਇੱਥੋਂ ਦੇ ਕਿਸਾਨਾਂ ਨੇ ਅੰਗਰੇਜ਼ਾਂ ਦੀਆਂ ਨੀਤੀਆਂ ਦਾ ਖੁੱਲ੍ਹ ਕੇ ਵਿਰੋਧ ਕੀਤਾ। ਤਾਂ ਸਾਡੇ ਲਈ ਹੁਣ ਬੱਚਿਓ ਪ੍ਰਸ਼ਨ ਹੈ, ਕਿਸਾਨਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਿਉਂ ਕੀਤਾ? ਇਹ ਤੁਸੀਂ ਆਪਣੇ ਸ਼ਬਦਾਂ ਵਿੱਚ ਆਪ ਲਿਖਣਾ ਹੈ। ਕੋਸ਼ਿਸ਼ ਕਰਨੀ ਹੈ ਇਸ ਨੂੰ ਅਸੀਂ ਵਧੀਆ ਢੰਗ ਦੇ ਨਾਲ ਲਿਖ ਸਕੀਏ। ਸੋ ਹੁਣ ਉਸ ਤੋਂ ਅਗਲਾ ਸਾਡੇ ਕੋਲੇ ਹੈ ਨੀਲ ਵਿਦਰੋਹ। ਨੀਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੇ ਨੀਲ ਉਤਪਾਦਨ 'ਤੇ ਵੱਧ ਲਗਾਉਣ ਵਿਰੁੱਧ ਵਿਦਰੋਹ ਕੀਤੇ। ਨੀਲ ਦੀ ਖੇਤੀ ਜੋ ਕਿਸਾਨ ਕਰਦੇ ਸਨ ਉਹਨਾਂ 'ਤੇ ਵਾਧੂ ਲਗਾਨ ਲਗਾਇਆ ਜਾ ਰਿਹਾ ਸੀ, ਜਿਸ ਕਾਰਨ ਕਿਸਾਨ ਹੋਰ ਵੀ ਔਖੇ ਹੋ गए ਤੇ ਉਹਨਾਂ ਨੇ ਇਸ ਦਾ ਵਿਦਰੋਹ करना शुरू कर दिया। तुमने नील के बोने के लिए पेश के लिया कि नहीं? बड़ा साहब, हम ये खेत बड़ी मुश्किल से तैयार किए हैं धान के लिए। अगर हम धान नहीं उगाएंगे हुजूर तो हम खाएंगे क्या मालिक? धान? तुमने धान के बारे में बात करने की हिम्मत कैसे की? कल सुबह आकर अपना पेशगी लेना और नील का काम शुरू करना, वरना मैं और कोई बकवास नहीं सुनना चाहता हूँ। हुजूर आप जो कुछ भी कहें हमें मंजूर है, लेकिन अपन जान ये नहीं कर सकते मालिक, हम नील नहीं उगाएंगे। हमारा इतना छोटा सा तो खेत है मालिक, अगर हम धान नहीं उगाएंगे तो हमारी परिवारजन तो भूखे मर जाएंगे मालिक। ये तो तुम्हारे बाप को सोचना चाहिए था जब उसने हमसे उधार लिया, समझे तुमने हमारा उधार खाया बदमाश। अब कल सुबह सीधे तरीके से अपनी पेशगी लेना। 1858 ਈਸਵੀ ਤੋਂ 1860 ਈਸਵੀ ਤੱਕ ਬੰਗਾਲ ਅਤੇ ਬਿਹਾਰ ਦੇ ਬਹੁਤ ਵੱਡੇ ਇਲਾਕੇ ਵਿੱਚ ਇਹ ਵਿਦਰੋਹ ਫੈਲ ਗਿਆ, ਕਿਉਂਕਿ ਇਹਨਾਂ ਇਲਾਕਿਆਂ ਵਿੱਚ ਨੀਲ ਦੀ ਖੇਤੀ ਹੁੰਦੀ ਸੀ। ਇਸ ਕਾਰਨ ਇੱਥੋਂ ਦੇ ਕਿਸਾਨਾਂ ਨੇ ਇਸ ਵਿਦਰੋਹ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਨੀਲ ਦੇ ਬਗੀਚੇ ਜਾਂ ਜਿਨ੍ਹਾਂ ਨੂੰ ਆਪਾਂ ਬਾਗ ਵੀ ਕਹਿ ਸਕਦੇ ਹਾਂ, ਲਾਉਣ ਵਾਲਿਆਂ ਨੇ ਸ਼ਕਤੀ ਦੁਆਰਾ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਜਿਹੜੇ ਮਾਲਕ ਸਨ ਨੀਲ ਦੇ ਬਗੀਚਿਆਂ ਦੇ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜ਼ਬਰਦਸਤੀ ਇਸ ਅੰਦੋਲਨ ਨੂੰ ਦਬਾਇਆ ਜਾਵੇ, ਕਿਸਾਨਾਂ ਨੂੰ ਇਹ ਅੰਦੋਲਨ ਕਰਨ ਤੋਂ ਰੋਕਿਆ ਜਾਵੇ। ਕਿ ਸਰਕਾਰ ਨੇ ਵੀ ਨੀਲ ਬੀਜਣ ਤੋਂ ਨਾ ਕਰਨ ਵਾਲੇ ਕਿਸਾਨਾਂ ਨੂੰ ਧਮਕੀ ਦੇ ਕੇ, ਡਰਾ ਕੇ ਇਸ ਅੰਦੋਲਨ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਪਰੰਤੂ ਕਿਸਾਨ ਅੜੇ ਰਹੇ। ਕਾਰਨ ਸੀ ਕਿ ਹੁਣ ਖੇਤੀ 'ਚੋਂ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਰਿਹਾ ਸੀ ਤੇ ਜੀ ਮਾਰ ਕੇ ਵੀ, ਜਾਨ ਮਾਰ ਕੇ ਵੀ ਲਗਾਨ ਅਦਾ ਕਰਨਾ ਔਖਾ ਹੁੰਦਾ ਜਾ ਰਿਹਾ ਸੀ। ਜਦੋਂ ਉਹਨਾਂ ਨੂੰ ਨੀਲ ਦੀ ਖੇਤੀ ਕਰਨ ਲਈ ਮਜਬੂਰ ਕੀਤਾ ਗਿਆ ਤਾਂ ਉਹਨਾਂ ਨੇ ਅੰਗਰੇਜ਼ਾਂ ਦੀਆਂ ਫੈਕਟਰੀਆਂ ਉੱਤੇ ਹਮਲਾ ਕਰ ਦਿੱਤਾ, ਅੰਗਰੇਜ਼ਾਂ ਦੇ ਕਾਰਖਾਨਿਆਂ ਉੱਤੇ ਹਮਲਾ ਕਰ ਦਿੱਤਾ ਅਤੇ ਲੁੱਟਮਾਰ ਕੀਤੀ। ਸਰਕਾਰ ਨੇ ਇਸ ਵਿਦਰੋਹ ਨੂੰ ਰੋਕਣ ਲਈ ਬਹੁਤ ਯਤਨ ਕੀਤੇ, ਪਰ ਉਹ ਕਿਸਾਨਾਂ ਦੇ ਵਿਦਰੋਹ ਨੂੰ ਦਬਾ ਨਾ ਸਕੀ। ਸਰਕਾਰ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਕਿਸਾਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ, ਚਾਹੇ ਜ਼ਬਰਦਸਤੀ ਹੀ ਸਹੀ, ਇਹ ਵਿਦਰੋਹ ਕਰਨ ਤੋਂ ਰੋਕਣਾ ਹੈ, ਪਰ ਉਹ ਕਿਸਾਨਾਂ ਦੇ ਇਸ ਵਿਰੋਧ ਨੂੰ ਰੋਕ ਨਾ ਸਕੇ। ਕਿਸਾਨ ਅੰਗਰੇਜ਼ੀ ਜ਼ੁਲਮਾਂ ਤੋਂ ਛੁਟਕਾਰਾ ਚਾਹੁੰਦੇ ਸਨ। ਸੰਨ 1866 ਈਸਵੀ ਵਿੱਚ ਨੀਲ ਦੀ ਖੇਤੀ ਵਿਰੁੱਧ ਚੰਪਾਰਨ, ਜੋ ਕਿ ਅੱਜ ਕੱਲ੍ਹ ਬਿਹਾਰ ਵਿੱਚ ਹੈ, ਵਿਦਰੋਹ ਹੋਇਆ। ਨੀਲ ਸੰਕਟ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ 20ਵੀਂ ਸਦੀ ਦੇ ਆਰੰਭ ਵਿੱਚ ਮੋਹਨਦਾਸ ਕਰਮਚੰਦ ਗਾਂਧੀ ਨੇ ਨੀਲ ਕਿਸਾਨਾਂ ਦੇ ਪੱਖ ਸਮਰਥਨ ਦਿੱਤਾ। ਸੋ ਇਸ ਢੰਗ ਦੇ ਨਾਲ ਬੱਚਿਓ ਆਪਾਂ ਵੇਖਦੇ ਹਾਂ ਕਿ ਨੀਲ ਦੀ ਖੇਤੀ ਕਰਨ ਨਾਲ ਅੰਗਰੇਜ਼ਾਂ ਨੂੰ ਤਾਂ ਲਾਭ ਹੋ ਰਿਹਾ ਸੀ, ਕਿਸਾਨਾਂ ਨੂੰ ਕੋਈ ਲਾਭ ਨਹੀਂ ਹੋ ਰਿਹਾ ਸੀ ਤੇ ਫਲਸਰੂਪ ਕਿਸਾਨਾਂ ਨੇ ਵਿਰੋਧ ਵਿੱਚ ਅੰਗਰੇਜ਼ੀ ਕਾਰਖਾਨਿਆਂ ਉੱਤੇ, ਫੈਕਟਰੀਆਂ ਉੱਤੇ ਹਮਲਾ ਕੀਤਾ ਤੇ ਲੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ। ਪਰ ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਇਸ ਵਿਦਰੋਹ ਨੂੰ ਦਬਾ ਦਿੱਤਾ ਜਾਵੇ, ਪਰ ਕਿਸਾਨ ਅੰਗਰੇਜ਼ਾਂ ਵਿਰੁੱਧ ਡਟੇ ਰਹੇ।
ਉਹ ਉਹਨਾਂ ਦੇ ਜ਼ੁਲਮਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ। ਇਸ ਲਈ ਚੰਪਾਰਨ ਬਿਹਾਰ ਵਿੱਚ ਇੱਕ ਵੱਡਾ ਵਿਦਰੋਹ ਹੋਇਆ ਤੇ ਇਹ ਸੰਕਟ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਮਹਾਤਮਾ ਗਾਂਧੀ ਜੀ ਨੇ ਇਸ ਦਾ ਸਮਰਥਨ ਨਹੀਂ ਕੀਤਾ। ਮਹਾਤਮਾ ਗਾਂਧੀ ਜੀ ਫਿਰ ਜਦੋਂ ਇਸ ਅੰਦੋਲਨ ਵਿੱਚ ਜੁਟ ਗਏ ਤਾਂ ਕਿਸਾਨਾਂ ਨੂੰ ਕੁਝ ਰਾਹਤ ਮਿਲੀ। ਸੋ ਆਓ ਆਪਾਂ ਹੁਣ ਜਾਣਨ ਦੀ ਕੋਸ਼ਿਸ਼ ਕਰੀਏ ਕਿ ਨੀਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੇ ਵਿਦਰੋਹ ਕਿਉਂ ਕੀਤਾ ਸੀ। ਇਸ ਪ੍ਰਸ਼ਨ ਦਾ ਉੱਤਰ ਤੁਸੀਂ ਆਪ ਲੱਭਣ ਦੀ ਕੋਸ਼ਿਸ਼ ਕਰਨੀ ਹੈ ਤੇ ਆਪਣੇ ਸ਼ਬਦਾਂ ਵਿੱਚ ਲਿਖਣਾ ਹੈ ਤੇ ਆਪਣੀ ਕਾਪੀ ਤੇ ਇਸ ਨੂੰ ਨੋਟ ਕਰਨਾ ਹੈ। ਸੋ ਬੱਚਿਓ, ਹੁਣ ਸਾਡੇ ਕੋਲੇ ਪਾਠ ਦੇ ਅਖੀਰ ਵਿੱਚ ਆਪਾਂ ਇਸ ਪਾਠ ਨੂੰ ਸਾਰੇ ਨੂੰ ਦੁਹਰਾ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਇਸ ਪਾਠ ਦੇ ਵਿੱਚ ਯਾਦ ਰੱਖਣ ਯੋਗ ਗੱਲਾਂ ਤੇ ਗੱਲ ਕਰਾਂਗੇ। ਪੇਂਡੂ ਜੀਵਨ ਅਤੇ ਸਮਾਜ ਅੰਗਰੇਜ਼ਾਂ ਦੇ ਸਮੇਂ ਕਿਹੋ ਜਿਹਾ ਸੀ, ਆਪਾਂ ਨੇ ਉਹ ਜਾਣਨ ਦੀ ਕੋਸ਼ਿਸ਼ ਕੀਤੀ ਇਸ ਪਾਠ ਰਾਹੀਂ। ਤੇ ਇਸ ਪਾਠ ਵਿੱਚ ਆਪਾਂ ਨੇ ਅੰਗਰੇਜ਼ਾਂ ਦੀਆਂ ਖੇਤੀਬਾੜੀ ਸੰਬੰਧੀ ਨੀਤੀਆਂ ਸੰਬੰਧੀ ਜਾਣਿਆ ਕਿ ਅੰਗਰੇਜ਼ਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਖੇਤੀਬਾੜੀ ਸੰਬੰਧੀ ਨੀਤੀਆਂ ਅਪਣਾਈਆਂ, ਪਰ ਇਹਨਾਂ ਨੀਤੀਆਂ ਪਿੱਛੇ ਉਹਨਾਂ ਦੀ ਇੱਕੋ ਹੀ ਮਨਸ਼ਾ ਸੀ ਕਿ ਵੱਧ ਤੋਂ ਵੱਧ ਲਾਭ ਕਮਾਉਣਾ, ਕਿਸਾਨਾਂ ਪਾਸੋਂ ਵੱਧ ਤੋਂ ਵੱਧ ਲਗਾਨ ਇਕੱਠਾ ਕਰਕੇ ਆਪਣੇ ਖਜ਼ਾਨੇ ਨੂੰ ਭਰਨਾ ਅਤੇ ਇੰਗਲੈਂਡ ਦੇ ਕਾਰਖਾਨਿਆਂ ਲਈ, ਇੰਗਲੈਂਡ ਦੇ ਉਦਯੋਗਾਂ ਲਈ ਇੱਥੋਂ ਕੱਚਾ ਮਾਲ ਮੁਫਤ ਦੇ ਭਾਅ 'ਤੇ ਲੈ ਕੇ ਦੁਬਾਰਾ ਬਣਿਆ ਮਾਲ ਇੱਥੇ ਮਹਿੰਗੇ ਭਾਅ 'ਤੇ ਵੇਚਣਾ। ਇਸ ਲਈ ਅੰਗਰੇਜ਼ਾਂ ਨੇ ਕੋਸ਼ਿਸ਼ ਕੀਤੀ ਕਿ ਖੇਤੀਬਾੜੀ ਦਾ ਵਪਾਰੀਕਰਨ ਕੀਤਾ ਜਾਵੇ ਅਤੇ ਇਸ ਸੰਬੰਧ ਵਿੱਚ ਉਹਨਾਂ ਨੇ ਕਿਸਾਨਾਂ ਨੂੰ ਵਪਾਰਕ ਫਸਲਾਂ ਵੇਚਣ ਲਈ ਉਤਸ਼ਾਹਿਤ ਕੀਤਾ। ਕਿਸਾਨ ਆਪਣੇ ਲਗਾਨ ਦੀ ਪੂਰਤੀ ਲਈ ਅਜਿਹਾ ਕਰਦੇ ਸਨ, ਪਰ ਲਗਾਨ ਦੀ ਰਕਮ ਇੰਨੀ ਵੱਡੀ ਸੀ ਕਿ ਇਹ ਪੂਰਾ ਨਹੀਂ ਹੋ ਰਿਹਾ ਸੀ। ਇਸ ਕਰਕੇ ਕਿਸਾਨਾਂ ਨੇ ਫਿਰ ਇਹਨਾਂ ਨੀਤੀਆਂ ਤੋਂ ਤੰਗ ਆ ਕੇ ਵਿਦਰੋਹ ਦਾ ਰਾਹ ਚੁਣਿਆ ਤੇ ਇਸ ਵਿਦਰੋਹ ਵਿੱਚ ਉਹਨਾਂ ਨੂੰ ਸਫਲਤਾ ਉਦੋਂ ਹਾਸਲ ਹੋਈ ਜਦੋਂ ਮਹਾਤਮਾ ਗਾਂਧੀ ਜੀ ਨੇ ਉਹਨਾਂ ਦਾ ਸਾਥ ਦਿੱਤਾ ਅਤੇ ਕਿਸਾਨਾਂ ਨੂੰ ਕੁਝ ਰਾਹਤ ਮਿਲੇ, ਇਸ ਵਾਸਤੇ ਮਿਲ ਕੇ ਲੜਾਈ ਲੜੀ। ਸੋ ਆਪਾਂ ਨੇ ਇਸ ਪਾਠ ਵਿੱਚ ਇਹ ਜਾਣਿਆ ਤੇ ਹੁਣ ਆਪਾਂ ਕੋਸ਼ਿਸ਼ ਕਰੀਏ ਕਿ ਇਸ ਪਾਠ ਵਿੱਚ ਸਾਨੂੰ ਕੀ ਸਮਝਾਇਆ ਗਿਆ ਸੀ। ਆਪਣੇ ਲਈ ਕੁਝ ਪਾਠ ਦੇ ਅਖੀਰ ਵਿੱਚ ਯਾਦ ਰੱਖਣ ਯੋਗ ਗੱਲਾਂ ਹਨ, ਆਓ ਆਪਾਂ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰੀਏ। ਨੰਬਰ 1 ਤੇ ਸਾਡੇ ਕੋਲੇ ਹੈ ਸਥਾਈ ਬੰਦੋਬਸਤ 1793 ਈਸਵੀ ਵਿੱਚ, ਰਈਅਤਵਾੜੀ ਪ੍ਰਬੰਧ 1820 ਈਸਵੀ। ਇਹਨਾਂ ਸਾਰਿਆਂ ਦੇ ਇੱਕੋ ਜਿਹੇ ਅਤੇ ਲੰਮੇ ਸਮੇਂ ਤੱਕ ਪ੍ਰਭਾਵ ਪਏ। ਲਗਾਨ ਦੀ ਦਰ ਜ਼ਿਆਦਾ ਅਤੇ ਆਫਤਾਂ ਸਮੇਂ ਲਗਾਨ ਮਾਫ ਨਾ ਕਰਨ ਕਰਕੇ ਕਿਸਾਨ ਕਰਜ਼ਈ ਅਤੇ ਜ਼ਮੀਨਾਂ ਤੋਂ ਵਾਂਝੇ ਹੋ ਗਏ। ਉਹਨਾਂ ਕੋਲੋਂ ਜ਼ਮੀਨਾਂ ਵੀ ਜਾਂਦੀਆਂ ਲੱਗੀਆਂ। ਸ਼ਾਹੂਕਾਰਾਂ ਤੋਂ ਕਰਜ਼ਾ ਲੈ ਕੇ ਕਿਸਾਨ ਲਗਾਨ ਅਦਾ ਕਰਦੇ ਸੀ ਅਤੇ ਨੇਰ ਸਵੇਰ ਉਹ ਜ਼ਮੀਨਾਂ ਵੀ ਉਹਨਾਂ ਦੇ ਹੱਥੋਂ ਵਿਆਜ ਦੇ ਰੂਪ ਵਿੱਚ ਸ਼ਾਹੂਕਾਰਾਂ ਦੇ ਹੱਥਾਂ ਵਿੱਚ ਚਲੇ ਗਈਆਂ। ਲੋਕਾਂ ਦੇ ਪੇਟ ਭਰਨ ਵਾਲਾ ਕਿਸਾਨ ਆਪ ਭੁੱਖਾ ਮਰ ਰਿਹਾ ਸੀ। ਕ੍ਰਿਸ਼ੀ ਵਣਜੀਕਰਨ ਕਰਕੇ ਕਿਸਾਨ ਕਪਾਹ, ਕਣਕ, ਤੇਲ ਦੇ ਬੀਜ, ਗੰਨਾ ਅਤੇ ਪਟਸਨ ਆਦਿ ਫਸਲਾਂ ਪੈਦਾ ਕਰਨ ਲੱਗੇ। ਇੰਗਲੈਂਡ ਦੇ ਉਦਯੋਗਾਂ ਵਿੱਚ ਇਹਨਾਂ ਫਸਲਾਂ ਨੂੰ ਕੱਚੇ ਮਾਲ ਦੇ ਤੌਰ 'ਤੇ ਵਰਤਿਆ ਗਿਆ ਅਤੇ ਭਾਰਤੀ ਕਿਸਾਨਾਂ ਤੋਂ ਬਹੁਤ ਘੱਟ ਕੀਮਤ 'ਤੇ ਇਹਨਾਂ ਫਸਲਾਂ ਨੂੰ ਅੰਗਰੇਜ਼ਾਂ ਵੱਲੋਂ ਖਰੀਦਿਆ ਗਿਆ। ਇਹ ਵੀ ਵੱਡੀ ਲੁੱਟ ਹੋ ਰਹੀ ਸੀ। ਲਗਾਨ ਦੇ ਨਾਲ ਫਸਲਾਂ ਦੀ ਕੀਮਤ ਦਾ ਘੱਟ ਮਿਲਣਾ ਵੀ ਕਿਸਾਨ ਨੂੰ ਆਰਥਿਕ ਪੱਖੋਂ ਪਛੜਿਆ ਕਰ ਰਿਹਾ ਸੀ, ਗਰੀਬੀ ਵੱਲ ਧੱਕ ਰਿਹਾ ਸੀ। ਕਿਸਾਨਾਂ ਨੇ ਪੇਂਡੂ ਭਾਈਚਾਰਕ ਸਾਂਝ ਛੱਡ ਕੇ ਵਪਾਰਕ ਫਸਲਾਂ ਵੀ ਉਗਾਈਆਂ, ਪਰ ਉਹਨਾਂ ਦੀ ਆਪਣੀ ਹਾਲਤ ਨਹੀਂ ਸੁਧਰੀ।
ਉਹ ਮਸ਼ੀਨੀ ਫਸਲਾਂ ਦਾ ਮੁਕਾਬਲਾ ਨਾ ਕਰ ਸਕੇ। ਜਿਵੇਂ ਕਿ ਵਿਕਸਿਤ ਦੇਸ਼ਾਂ ਵਿੱਚ ਮਸ਼ੀਨਾਂ ਰਾਹੀਂ ਖੇਤੀ ਕੀਤੀ ਜਾਂਦੀ ਸੀ, ਭਾਰਤੀ ਖੇਤੀ ਬਹੁਤ ਪਛੜੀ ਹੋਈ ਸੀ। ਆਪਾਂ 3 ਨੰਬਰ ਨੂੰ ਅਧਿਐਨ ਕਰੀਏ। ਕਿਸਾਨਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਅੰਗਰੇਜ਼ੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਵਿਦਰੋਹ ਹੋਏ। ਇਹ ਵਿਦਰੋਹ ਅੰਗਰੇਜ਼ਾਂ ਦੀਆਂ ਕਿਸਾਨ ਵਿਰੁੱਧ ਲਾਗੂ ਕੀਤੀਆਂ ਨੀਤੀਆਂ ਦਾ ਹੀ ਸਿੱਟਾ ਸੀ। 1858-1860 ਈਸਵੀ ਦੌਰਾਨ ਬੰਗਾਲ ਅਤੇ ਬਿਹਾਰ ਦੇ ਨੀਲ ਉਤਪਾਦਕਾਂ ਵੱਲੋਂ ਵੀ ਅੰਗਰੇਜ਼ੀ ਸਰਕਾਰ ਵਿਰੁੱਧ ਵੱਖ-ਵੱਖ ਥਾਵਾਂ 'ਤੇ ਵਿਰੋਧ ਕਰ ਦਿੱਤੇ ਗਏ। ਸੋ ਇਹ ਸਾਡਾ ਪਾਠ ਸੀਗਾ, ਜਿਸ ਨੂੰ ਆਪਾਂ ਨੇ ਵਿਚਾਰਿਆ ਕਿ ਸਾਡਾ ਪੇਂਡੂ ਸਮਾਜ ਜਾਂ ਪੇਂਡੂ ਜੀਵਨ ਅਤੇ ਸਮਾਜ ਅੰਗਰੇਜ਼ਾਂ ਦੇ ਸਮੇਂ ਕਿਹੋ ਜਿਹਾ ਸੀ, ਕਿਵੇਂ ਲੋਕ ਆਪਣੇ ਗੁਜ਼ਾਰੇ ਲਈ ਇੱਕ ਦੂਜੇ ਦਾ ਸਾਥ ਦੇ ਕੇ ਆਪਣੀਆਂ ਲੋੜਾਂ ਨੂੰ ਪੂਰੀਆਂ ਕਰ ਰਹੇ ਸੀ। ਪਰ ਅੰਗਰੇਜ਼ਾਂ ਦੇ ਆਉਣ ਨਾਲ ਹੁਣ ਖੇਤੀ ਨੂੰ ਵਪਾਰਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਸਿੱਟਾ ਇਹ ਨਿਕਲਿਆ ਕਿ ਅਸੀਂ ਆਪਣੀ ਭਾਈਚਾਰਕ ਸਾਂਝ ਤੋਂ ਵੀ ਦੂਰ ਹੋਏ ਤੇ ਆਰਥਿਕ ਪੱਖੋਂ ਵੀ ਕਮਜ਼ੋਰ ਹੋਏ। ਅੰਗਰੇਜ਼ਾਂ ਦੀ ਦੋਨੋਂ ਪਾਸੋਂ ਚਾਂਦੀ ਰਹੀ, ਉਹਨਾਂ ਨੇ ਦੋਨੋਂ ਪਾਸੋਂ ਲਾਭ ਕਮਾਇਆ, ਸਾਡੇ ਕੋਲੋਂ ਲਗਾਨ ਵੀ ਲੈ ਲਿਆ ਤੇ ਸਾਡੀਆਂ ਫਸਲਾਂ ਦੇ ਮੁੱਲ ਵੀ ਘੱਟ ਲਾਏ। ਸੋ ਇਸ ਤਰ੍ਹਾਂ ਬੱਚਿਓ, ਆਪਾਂ ਨੇ ਇਸ ਪਾਠ ਵਿੱਚ ਖੇਤੀਬਾੜੀ ਸੰਬੰਧੀ ਨੀਤੀਆਂ ਅਤੇ ਉਹਨਾਂ ਦੇ ਪ੍ਰਭਾਵਾਂ ਨੂੰ ਜਾਣਿਆ। ਆਓ ਆਪਾਂ ਹੁਣ ਛੋਟੇ ਪ੍ਰਸ਼ਨਾਂ ਰਾਹੀਂ ਇਸ ਪਾਠ ਨੂੰ ਮੁੜ ਦੁਹਰਾਉਣ ਦੀ ਕੋਸ਼ਿਸ਼ ਕਰੀਏ। ਬਹੁ ਵਿਕਲਪੀ ਪ੍ਰਸ਼ਨ ਹਨ ਸਾਡੇ ਕੋਲੇ। ਅੰਗਰੇਜ਼ਾਂ ਨੇ ਵੱਖ-ਵੱਖ ਲਗਾਨ ਪ੍ਰਣਾਲੀਆਂ ਲਾਗੂ ਕੀਤੀਆਂ। ਹਾਰੇ ਹੋਏ ਪ੍ਰਦੇਸ਼ਾਂ ਵਿੱਚ, ਜਿੱਤੇ ਹੋਏ ਪ੍ਰਦੇਸ਼ਾਂ ਵਿੱਚ, ਸਾਰੇ ਭਾਰਤ ਵਿੱਚ, ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਹਦਾ ਉੱਤਰ ਜੋ ਸਹੀ ਹੈ ਉਹ ਐੜਾ ਹੈ, ਜਿੱਤੇ ਹੋਏ ਪ੍ਰਦੇਸ਼ਾਂ ਵਿੱਚ। ਅੰਗਰੇਜ਼ਾਂ ਨੇ ਇਨਾਮੀ ਜ਼ਮੀਨਾਂ 'ਤੇ ਮੁੜ ਕਰ ਲਗਾ ਦਿੱਤੇ। ਇਹਦੇ 'ਚ ਊੜਾ ਹੈ ਕਰ ਮੁਕਤ, ਐੜਾ ਬੰਜਰ, ਈੜੀ ਸਾਰੀਆਂ ਤੇ ਸੱਸਾ ਉਪਰੋਕਤ ਸਾਰੇ। ਤਾਂ ਇਹਦੇ ਵਿੱਚ ਜੋ ਸਹੀ ਉੱਤਰ ਹੈ ਉਹ ਊੜਾ ਹੈ ਕਰ ਮੁਕਤ। ਪੰਜਾਬ ਦੇ ਪਟਿਆਲਾ ਅਤੇ ਰਾਵਲਪਿੰਡੀ ਵਿੱਚ ਵਿਦਰੋਹ ਹੋਏ 1947 ਈਸਵੀ ਵਿੱਚ, 1858 ਈਸਵੀ ਵਿੱਚ, 1849 ਈਸਵੀ ਵਿੱਚ, ਜਾਂ ਸੱਸਾ ਹੈ, ਇਹਨਾਂ 'ਚੋਂ ਕੋਈ ਵੀ ਨਹੀਂ। ਤਾਂ ਇਸ ਦਾ ਠੀਕ ਉੱਤਰ ਹੈ 1849 ਈਸਵੀ ਵਿੱਚ। 1858 ਈਸਵੀ ਤੋਂ 1860 ਈਸਵੀ ਤੱਕ ਵੱਡੇ ਇਲਾਕਿਆਂ ਵਿੱਚ ਵਿਦਰੋਹ ਹੋਇਆ। ਊੜਾ ਹੈ ਬੰਗਾਲ, ਐੜਾ ਹੈ ਬੰਗਾਲ ਅਤੇ ਬਿਹਾਰ, ਈੜੀ ਹੈ ਬਿਹਾਰ ਤੇ ਸੱਸੇ 'ਤੇ ਹੈ, ਇਹਨਾਂ 'ਚੋਂ ਕੋਈ ਨਹੀਂ। ਤਾਂ ਇਸ ਦਾ ਸਹੀ ਉੱਤਰ ਐੜਾ ਹੈ ਬੰਗਾਲ ਅਤੇ ਬਿਹਾਰ। ਹੁਣ ਸਾਡੇ ਕੋਲੇ ਖਾਲੀ ਥਾਵਾਂ ਹਨ। ਇਹਨਾਂ ਖਾਲੀ ਥਾਵਾਂ ਵਿੱਚ ਆਪਾਂ ਸਹੀ ਉੱਤਰ ਭਰਨਾ ਹੈ। ਸਰਕਾਰ ਲਗਾਨ ਇਕੱਠਾ ਕਰਨ ਸਮੇਂ ਬੜੀ ਡੈਸ਼ ਕਰਦੀ ਸੀ, ਤਾਂ ਇਸ ਵਿੱਚ ਆਵੇਗਾ ਸਖਤੀ। ਕਿਸਾਨਾਂ ਦੀ ਹਾਲਤ ਬਹੁਤ ਡੈਸ਼ ਹੋ ਗਈ, ਇਹ ਤਾਂ ਇੱਥੇ ਆਏਗਾ ਖਰਾਬ ਹੋ ਗਈ। ਜ਼ਮੀਂਦਾਰ ਨੂੰ ਹਰੇਕ ਸਾਲ ਡੈਸ਼ ਨੂੰ ਭੂਮੀ ਕਰ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾਉਣਾ ਪੈਂਦਾ ਸੀ। ਤਾਂ ਉੱਤਰ ਹੈ 31 ਮਾਰਚ। ਫਿਰ 4 ਨੰਬਰ 'ਤੇ ਹੈ ਸਰਕਾਰ ਨੇ ਲਗਾਨ ਦੀ ਦਰ ਪਹਿਲਾਂ ਨਾਲੋਂ ਡੈਸ਼ ਕਰ ਦਿੱਤੀ, ਤਾਂ ਇਸ ਵਿੱਚ ਆਏਗਾ ਵਧਾ ਦਿੱਤੀ। 5 ਨੰਬਰ 'ਤੇ ਹੈ ਬੰਗਾਲ ਦੇ ਸਥਾਈ ਬੰਦੋਬਸਤ ਅਨੁਸਾਰ ਅੰਗਰੇਜ਼ਾਂ ਨੇ ਡੈਸ਼ ਕਾਨੂੰਨ ਲਾਗੂ ਕੀਤਾ, ਤਾਂ ਇਸ ਦਾ ਉੱਤਰ ਹੈ ਵਿਕਰੀ ਕਾਨੂੰਨ। ਹੁਣ 6 ਨੰਬਰ 'ਤੇ ਸਾਡੇ ਕੋਲੇ ਹੈ ਅੰਗਰੇਜ਼ਾਂ ਨੇ ਬਹੁਤ ਸਾਰੀਆਂ ਜ਼ਮੀਨਾਂ ਨੂੰ ਡੈਸ਼ ਕਰ ਲਿਆ, ਜ਼ਬਤ ਕਰ ਲਿਆ। ਇਸ ਤਰ੍ਹਾਂ ਇਹ ਖਾਲੀ ਥਾਵਾਂ ਸਨ ਸਾਡੇ ਕੋਲੇ, ਇਹਨਾਂ ਨੂੰ ਆਪਾਂ ਆਪਣੀਆਂ ਕਾਪੀਆਂ 'ਤੇ ਨੋਟ ਕਰ ਸਕਦੇ ਹਾਂ। ਫਿਰ ਸਾਡੇ ਕੋਲੇ ਹੈ ਬੱਚਿਓ ਸਹੀ ਗਲਤ ਦਾ ਨਿਸ਼ਾਨ ਲਗਾਉਣਾ। ਇਸ ਵਿੱਚ ਨੰਬਰ 1 'ਤੇ ਆਪਾਂ ਨੂੰ ਦਿੱਤਾ ਹੋਇਆ ਹੈ ਕਿਸਾਨਾਂ ਨੂੰ ਬਹੁਤ ਜ਼ਿਆਦਾ ਲਗਾਨ ਦੇਣਾ ਪੈਂਦਾ ਸੀ, ਤਾਂ ਇਸ ਦਾ ਉੱਤਰ ਹੈ
ਠੀਕ ਜਾਂ ਇਹਨੂੰ ਅਸੀਂ ਕਹਾਂਗੇ ਸਹੀ। ਕਿਸਾਨਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਨਹੀਂ ਕੀਤਾ, ਗਲਤ। ਲਗਾਨ ਦੀ ਦਰ ਘਟਾ ਦਿੱਤੀ ਗਈ, ਤਾਂ ਇਸ ਦਾ ਉੱਤਰ ਗਲਤ ਹੈ। ਸਰਕਾਰ ਦੁਆਰਾ ਕਿਸਾਨਾਂ ਦੇ ਵਿਦਰੋਹ ਨੂੰ ਦਬਾ ਦਿੱਤਾ ਗਿਆ, ਤਾਂ ਇਸ ਦਾ ਉੱਤਰ ਹੈ ਠੀਕ। ਫਿਰ 5 ਨੰਬਰ 'ਤੇ ਆਪਣੇ ਕੋਲੇ ਹੈ ਮਹਾਤਮਾ ਗਾਂਧੀ ਨੇ ਕਿਸਾਨਾਂ ਦਾ ਸਮਰਥਨ ਕੀਤਾ, ਤਾਂ ਇਹ ਇਸ ਦਾ ਉੱਤਰ ਹੋਏਗਾ ਸਹੀ। ਅੰਗਰੇਜ਼ਾਂ ਗਰੀਬ ਕਿਸਾਨਾਂ ਦਾ ਲਗਾਨ ਮਾਫ ਕਰ ਦਿੱਤਾ, ਤਾਂ ਇਸ ਦਾ ਉੱਤਰ ਹੈ ਗਲਤ। ਇਸ ਤਰ੍ਹਾਂ ਬੱਚਿਓ ਆਪਾਂ ਨੇ ਦੇਖਿਆ ਕਿ ਆਪਾਂ ਇਸ ਦੇ ਚਾਰੋਂ ਭਾਗਾਂ ਵਿੱਚ ਜਿੰਨਾ ਵੀ ਆਪਾਂ ਨੇ ਹਿੱਸਾ ਪਾਠ ਦਾ ਡਿਸਕਸ ਕੀਤਾ ਜਾਂ ਜਿਸ 'ਤੇ ਵੀ ਆਪਾਂ ਗੱਲਬਾਤ ਕੀਤੀ, ਉਸ ਨਾਲ ਛੋਟੇ ਛੋਟੇ ਪ੍ਰਸ਼ਨ ਅਸੀਂ ਨਾਲ ਰੱਖੇ। ਕਾਰਨ ਇਹ ਸੀ ਕਿ ਆਪਾਂ ਪੂਰੇ ਪਾਠ ਨੂੰ ਆਸਾਨੀ ਨਾਲ ਯਾਦ ਕਰ ਸਕੀਏ, ਆਸਾਨੀ ਨਾਲ ਦੁਹਰਾ ਸਕੀਏ। ਇਸ ਤੋਂ ਇਲਾਵਾ ਬੱਚਿਓ ਆਪਣੇ ਕੋਲੇ ਅਭਿਆਸ ਪ੍ਰਸ਼ਨ ਸਾਡੀ ਪਾਠ ਪੁਸਤਕ ਦੇ ਅਖੀਰ ਵਿੱਚ ਦਿੱਤੇ ਹੋਏ ਹਨ, ਜੋ ਕਿ ਆਪਾਂ ਨੇ ਆਪਣੀਆਂ ਕਾਪੀਆਂ 'ਤੇ ਕਰਨੇ ਹਨ, ਅਤੇ ਇਹਨਾਂ ਪ੍ਰਸ਼ਨਾਂ ਨੂੰ ਅਸੀਂ ਇਸ ਪਾਠ ਵਿੱਚੋਂ ਆਸਾਨੀ ਨਾਲ ਲੱਭ ਸਕਦੇ ਹਾਂ। ਜਿਵੇਂ ਸਾਡੇ ਕੋਲੇ ਪ੍ਰਸ਼ਨ ਇਹਦੇ ਵਿੱਚ ਦਿੱਤੇ ਗਏ ਹਨ ਕਿ ਸਥਾਈ ਬੰਦੋਬਸਤ ਕਿਸ ਨੇ ਕਦੋਂ ਅਤੇ ਕਿੱਥੇ ਸ਼ੁਰੂ ਕੀਤਾ। ਫਿਰ ਦੂਜਾ ਪ੍ਰਸ਼ਨ ਹੈ ਰਈਅਤਵਾੜੀ ਪ੍ਰਬੰਧ ਕਿਸ ਨੇ ਕਦੋਂ ਅਤੇ ਕਿੱਥੇ ਕਿੱਥੇ ਸ਼ੁਰੂ ਕੀਤਾ। ਇਸੇ ਤਰ੍ਹਾਂ ਸਾਡੇ ਕੋਲ ਅੱਗੇ ਪ੍ਰਸ਼ਨ ਹੈ ਮਹਿਲਵਾੜੀ ਪ੍ਰਬੰਧ ਕਿਹੜੇ 3 ਖੇਤਰਾਂ ਵਿੱਚ ਲਾਗੂ ਕੀਤਾ ਗਿਆ। ਫਿਰ ਹੈ ਸਾਡੇ ਕੋਲੇ ਕ੍ਰਿਸ਼ੀ ਦਾ ਵਣਜੀਕਰਨ ਕਿਵੇਂ ਹੋਇਆ। ਉਸ ਤੋਂ ਅੱਗੇ ਪ੍ਰਸ਼ਨ ਹੈ ਵਣਜੀਕਰਨ ਦੀਆਂ ਮੁੱਖ ਫਸਲਾਂ ਕਿਹੜੀਆਂ ਸਨ। ਫਿਰ ਸਾਡੇ ਕੋਲ 6 ਨੰਬਰ 'ਤੇ ਪ੍ਰਸ਼ਨ ਹੈ ਕ੍ਰਿਸ਼ੀ ਵਣਜੀਕਰਨ ਦੇ 2 ਮੁੱਖ ਲਾਭ ਲਿਖੋ ਜਾਂ ਦੱਸੋ। ਉਸ ਤੋਂ ਅੱਗੇ ਹੈ ਕ੍ਰਿਸ਼ੀ ਵਣਜੀਕਰਨ ਦੀਆਂ 2 ਮੁੱਖ ਹਾਨੀਆਂ ਕਿਹੜੀਆਂ ਸਨ। ਸਥਾਈ ਬੰਦੋਬਸਤ ਕੀ ਸੀ ਅਤੇ ਉਸ ਦੇ ਕੀ ਆਰਥਿਕ ਪ੍ਰਭਾਵ ਪਏ। ਅਤੇ ਇਸ ਵਿੱਚ ਸਾਡੇ ਕੋਲ ਪ੍ਰਸ਼ਨ ਹੈ ਨੀਲ ਵਿਦਰੋਹ ਤੋਂ ਤੁਸੀਂ ਕੀ ਜਾਣਦੇ ਹੋ। ਇਹ ਕੁਛ ਇੱਕ ਸਾਨੂੰ ਪ੍ਰਸ਼ਨ ਦਿੱਤੇ ਗਏ ਹਨ ਸਾਡੇ ਅਭਿਆਸ ਦੇ ਵਿੱਚ, ਉਹ ਆਪਾਂ ਨੇ ਕਰਨੇ ਹੈ। ਇਸੇ ਤਰ੍ਹਾਂ ਸਾਨੂੰ ਇੱਥੇ ਖਾਲੀ ਥਾਵਾਂ ਦਿੱਤੀਆਂ ਗਈਆਂ ਹਨ, ਠੀਕ ਗਲਤ ਦਿੱਤੇ ਗਏ ਹਨ, ਅਤੇ ਮਿਲਾਨ ਵਾਸਤੇ ਸਾਨੂੰ ਊੜਾ ਅਤੇ ਐੜਾ 'ਚੋਂ ਸਹੀ ਮਿਲਾਨ ਕਰਨਾ ਹੈ। ਇਹ ਸਾਡੇ ਅਭਿਆਸ ਵਾਸਤੇ ਸਾਨੂੰ ਪਾਠ ਦੇ ਅਖੀਰ ਵਿੱਚ ਦਿੱਤੇ ਗਏ ਹਨ। ਸੋ ਆਪਾਂ ਨੇ ਬੱਚਿਓ ਜਾਣਿਆ ਕਿ ਅੰਗਰੇਜ਼ਾਂ ਦੇ ਸਮੇਂ ਸਾਡੇ ਪੇਂਡੂ ਜੀਵਨ ਬਾਰੇ ਅਤੇ ਸਮਾਜ ਬਾਰੇ, ਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਸਾਡਾ ਪੇਂਡੂ ਸਮਾਜ ਬੜਾ ਲਿਮਿਟਡ ਸੀਗਾ, ਬੜੀਆਂ ਉਹਨਾਂ ਦੀਆਂ ਲੋੜਾਂ ਸੀਮਿਤ ਸੀ। ਉਹ ਆਪਸ 'ਚ ਹੀ ਮਿਲ ਜੁਲ ਕੇ ਰਹਿੰਦੇ ਸਨ, ਪਿੰਡਾਂ ਤੱਕ ਹੀ ਉਹਨਾਂ ਦਾ ਜੀਵਨ ਹੁੰਦਾ ਸੀ। ਦਰਿਆਵਾਂ ਤੋਂ ਪਾਰ ਉਹ ਕਦੀ ਬਹੁਤ ਘੱਟ ਗਏ ਸੀ ਅਤੇ ਰਲ ਮਿਲ ਕੇ ਇੱਕ ਦੂਜੇ ਦੀਆਂ ਲੋੜਾਂ ਪੂਰੀਆਂ ਕਰਦੇ ਹੋਏ ਪ੍ਰੇਮ ਪਿਆਰ ਨਾਲ ਰਹਿ ਰਹੇ ਸੀ। ਅਤੇ ਅਸੀਂ ਦੇਖਿਆ ਕਿ ਅੰਗਰੇਜ਼ਾਂ ਨੇ ਜਦੋਂ ਇੱਥੋਂ ਦੀ ਦੀਵਾਨੀ ਹਾਸਲ ਕੀਤੀ, ਤਾਂ ਫਿਰ ਹੌਲੀ ਹੌਲੀ ਉਹਨਾਂ ਨੇ ਭਾਰਤ 'ਤੇ ਕਬਜ਼ਾ ਕਰਨਾ ਸ਼ੁਰੂ ਕਰ ਲਿਆ। ਅਤੇ ਜਿਵੇਂ ਜਿਵੇਂ ਉਹ ਕਬਜ਼ਾ ਕਰਦੇ ਗਏ ਅਤੇ ਉਹਨਾਂ ਖੇਤਰਾਂ ਵਿੱਚ ਜਿੱਥੇ ਅੰਗਰੇਜ਼ੀ ਰਾਜ ਕਾਇਮ ਕਰ ਲਿਆ, ਉੱਥੇ ਉਹਨਾਂ ਨੇ ਫਿਰ ਆਪਣੀਆਂ ਨੀਤੀਆਂ ਨੂੰ ਲਾਗੂ ਵੀ ਕੀਤਾ। ਅਤੇ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਦਾ ਉਹਨਾਂ ਦਾ ਸਿਰਫ ਅਤੇ ਸਿਰਫ ਇੱਕੋ ਹੀ ਮਕਸਦ ਸੀ ਕਿ ਅਸੀਂ ਵੱਧ ਤੋਂ ਵੱਧ ਲਾਭ ਕਮਾਉਣਾ ਹੈ। ਉਹ ਆਪਣਾ ਬਣਾਇਆ ਹੋਇਆ ਮਾਲ ਵੇਚਣ ਲਈ ਵੀ ਥਾਂ ਲੱਭਦੇ ਸੀ, ਅਤੇ ਉਹਨਾਂ ਨੂੰ ਆਪਣੇ ਉਦਯੋਗਾਂ ਨੂੰ ਚੱਲਦਾ ਰੱਖਣ ਲਈ ਵੀ ਕੱਚੇ ਮਾਲ ਦੀ ਲੋੜ ਸੀ, ਜਿਸ ਕਰਕੇ ਭਾਰਤ ਉਹਨਾਂ ਨੂੰ ਇੱਕ ਬਹੁਤ ਵਧੀਆ ਦੇਸ਼ ਮਿਲ ਗਿਆ। ਇੱਥੋਂ ਦੇ ਕਿਸਾਨ ਪਛੜੇ ਹੋਏ ਸਨ, ਆਪਣੀ ਲੋੜਾਂ ਜੋਗੀ ਹੀ ਖੇਤੀ ਕਰਦੇ ਸਨ, ਇਸ ਕਰਕੇ ਕੋਈ ਜ਼ਿਆਦਾ ਵਾਲਾ ਉਹਨਾਂ ਦਾ ਦਾਇਰਾ ਨਹੀਂ ਸੀ। ਪਰ ਅੰਗਰੇਜ਼ਾਂ ਦੇ ਆਉਣ ਨਾਲ ਉਹਨਾਂ ਨੂੰ ਕੁਝ ਨਵੀਆਂ ਨੀਤੀਆਂ ਦਿੱਤੀਆਂ ਗਈਆਂ, ਜਿਸ ਦਾ ਇੱਕੋ ਹੀ ਇੱਕ ਮਕਸਦ ਸੀ ਕਿ ਕਿਸਾਨਾਂ ਤੋਂ ਵੱਧ ਲਾਭ ਹਾਸਲ ਕਰਨਾ। ਸੋ ਇਸ ਕਰਕੇ ਬੱਚਿਓ ਆਪਾਂ ਨੇ ਜਾਣਿਆ ਕਿ ਅੰਗਰੇਜ਼ ਆਪਣੇ ਲਾਭ ਹਿੱਤ ਭਾਰਤੀ ਕਿਸਾਨਾਂ ਨੂੰ ਹੋਰ ਗਰੀਬ ਕਰਦਾ ਚਲਿਆ ਗਿਆ, ਜਿਸ ਕਰਕੇ
ਉਹ ਆਪਣੇ ਭਾਈਚਾਰੇ ਨਾਲੋਂ ਵੀ ਦੂਰ ਹੁੰਦੇ ਗਏ ਅਤੇ ਖੇਤੀ 'ਚ ਵੀ ਪਛੜਦੇ ਗਏ। ਕਾਰਨ ਇਹ ਸੀ ਕਿ ਸਾਡੀ ਖੇਤੀ ਪੁਰਾਣੇ ਢੰਗ ਨਾਲ ਹੁੰਦੀ ਸੀ ਤੇ ਕਿਸਾਨ ਜਿੰਨੀ ਵੀ ਫਸਲ ਉਗਾਉਂਦੇ ਸਨ ਉਸ ਦਾ ਅੰਗਰੇਜ਼ ਸਹੀ ਮੁੱਲ ਨਹੀਂ ਮੋੜਦੇ ਸਨ, ਜਿਸ ਕਰਕੇ ਉਹਨਾਂ ਦੀ ਹਰ ਪਾਸਿਓਂ ਲੁੱਟ ਹੋ ਰਹੀ ਸੀ। ਸੋ ਆਪਾਂ ਨੇ ਇੱਥੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਤੇ ਆਪਾਂ ਨੇ ਇਸ ਸਾਰੇ ਪਾਠ ਨੂੰ ਸਮਝ ਕੇ ਆਪਣੀਆਂ ਕਾਪੀਆਂ 'ਤੇ ਨੋਟ ਕਰਕੇ ਅਭਿਆਸ ਪ੍ਰਸ਼ਨਾਂ ਨੂੰ ਪੇਪਰਾਂ ਲਈ ਵੀ ਤਿਆਰੀ ਕਰਨੀ ਹੈ। ਸੋ ਤੁਸੀਂ ਸਾਰੇ ਮੇਰੇ ਨਾਲ ਇਹਨਾਂ 4 ਸੈਸ਼ਨ ਵਿੱਚ ਜੁੜੇ, ਤੁਹਾਡਾ ਬਹੁਤ ਧੰਨਵਾਦ।